ਮੈਂ ਜੀ ਕੱਲ ਮੋੜ ਇਮਨਾਬਾਦ ਮੰਡੀ ਦਾ ਵਿਜ਼ਿਟ ਕਰ ਰਿਹਾ ਸੀ ਤੇ ਸੂਰਤ-ਏ-ਹਾਲ ਕੁਛ ਇੰਝ ਦੀ ਸੀ ਕਿ ਲੋਕਾਂ ਨੇ ਉਂਝ ਹੀ ਖੁੱਲੀਆਂ ਕਣਕਾਂ ਰੱਖੀਆਂ ਨੇ, ਕੋਈ ਉਹਨਾਂ ਨੂੰ ਭਰ ਨਹੀਂ ਰਿਹਾ ਹੈ। ਤੇ ਕਣਕਾਂ ਦੇ ਜਿਹੜੇ ਹਾਲਾਤ ਨੇ ਭੈੜੇ ਨੇ। ਉਤੋਂ ਮੌਸਮ ਦੀ ਜਿਹੜੀ ਸੂਰਤ-ਏ-ਹਾਲ ਹੈ, ਤੁਹਾਨੂੰ ਪਤਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਮੌਸਮ ਵੀ ਬੜਾ ਖਾਸਾ ਖਰਾਬ ਹੈ। ਤੇ ਜਿਹਦੀ ਵਜ੍ਹਾ ਤੋਂ ਲੋਕਾਂ ਦੀਆਂ ਪੰਜਾਬ ਹਕੂਮਤ ਜਿਹੜੀ ਹੈ ਮੁਸਲਿਮ ਲੀਗ ਨਵਾਜ਼ ਦੀ, ਇਹ ਜਦੋਂ ਵੀ ਆਉਂਦੇ ਨੇ ਪੰਜਾਬ ਦੇ ਵਿੱਚ ਇਹ ਕਿਸਾਨਾਂ ਨੂੰ ਜ਼ਲੀਲ ਹੀ ਕਰਦੇ ਨੇ। ਇਹ ਸਨਅਤਕਾਰਾਂ ਦੀ ਹਕੂਮਤ ਹੈ, ਇਹਨਾਂ ਦਾ ਕਿਸਾਨਾਂ ਨਾਲ ਕੋਈ ਤਲਕ ਨਹੀਂ ਤੇ ਨਾ ਹੀ ਇਹਨਾਂ ਨੂੰ ਕੋਈ ਪਤਾ ਹੈ ਕਿ ਕਿਸਾਨਾਂ ਦਾ ਕੀ ਮਾਮਲਾਤ ਨੇ। ਤੇ ਪੰਜਾਬ ਹਕੂਮਤ ਨੇ ਜਿਹੜਾ ਨਾ ਹੁਣ ਤੇ ਗੰਦਮ ਖਰੀਦਦਾਰੀ ਤੋਂ ਚਿੱਟਾ ਇਨਕਾਰ ਕਰ ਦਿੱਤਾ। ਹਕੂਮਤ ਜਿਹੜੀ ਹੈ ਉਹਨਾਂ ਦਾ ਕੋਈ ਕਿਸੇ ਪਾਸੇ ਜਿਹੜਾ ਨਾ ਧਿਆਨ ਨਹੀਂ ਹੈ, ਬਲਕਿ ਗੰਦਮ ਬਾਰੇ ਤੇ ਉਹਨਾਂ ਦੀ ਕੋਈ ਗੱਲ ਕਰਨਾ ਵੀ ਜਿਹੜਾ ਨਾ ਮਾਮੂਲ ਦਾ ਵਿਸ਼ਾ ਹੀ ਨਹੀਂ ਹੈ। ਵੱਡੇ ਵਡੇਰਿਆਂ ਸਿਆਣਿਆਂ ਕੋਈ ਸੁਣਨੇ ਹੁੰਦੇ ਹਾਂ ਕਿ ਜਦੋਂ ਵੀ ਨੂਨ ਲੀਗ ਦੀ ਹਕੂਮਤ ਆਉਂਦੀ ਹੈ ਉਦੋਂ ਹੀ ਕਿਸਾਨਾਂ ਦਾ ਪੱਠਾ ਪਾ ਦਿੰਦੀ ਹੈ। ਇਹੀ ਤਾਂ ਨਹੀਂ ਸਭ ਮੰਨਦੇ ਹੁੰਦੇ, ਇਹੀ ਕਹਿੰਦੇ ਹਾਂ ਜੀ ਵੱਡੇ ਵਡੇਰੇ ਹੋਣ ਜੀ, ਬਸ ਜੀ ਗੱਲ ਬਣ ਗਈ ਹੈ, ਨੂਨ ਲੀਗ ਦੀ ਹਕੂਮਤ ਬੜੀ ਚੰਗੀ ਹੈ, ਕਦੀ ਪੁਲ ਬਣਾ ਰਹੀ ਹੈ, ਕਦੀ ਸੜਕਾਂ ਬਣਾ ਰਹੀ ਹੈ। ਲੇਕਿਨ ਅੱਲਾ ਦੇ ਬੰਦੇ ਇਸ ਦਫਾ ਹੀ ਵੇਖ ਲਿਆ, ਰੱਜ ਗਏ ਆ ਅਸੀਂ। ਉਹ ਤੁਹਾਡੇ ਪੁਲਾਂ ਤੋਂ ਤੁਹਾਡੀਆਂ ਸੜਕਾਂ ਤੋਂ ਰੱਜ ਗਏ ਆ। ਵੈਸੇ ਤੇ ਤੁਹਾਡੇ ਜਿਹੜਾ ਨਾ ਆਪਣਾ ਮਿਨਿਸਟਰ ਸਾਹਿਬ ਜਦੋਂ ਪੀਟੀਆਈ ਦੀ ਗਵਰਨਮੈਂਟ ਸੀ ਉਦੋਂ ਬੜਾ ਕਹਿੰਦੇ ਹੈ ਜੀ ਆਜ਼ਾਦੀ ਇਜ਼ਹਾਰ ਜਿਹੜਾ ਨਾ ਉਹ ਬੜਾ ਜ਼ਰੂਰੀ ਹੈ ਤੇ ਬੜਾ ਆਪਣਾ ਸਹਾਫੀਆਂ ਦੀ ਤਨਜ਼ੀਮਾਂ ਦੇ ਨਾਲ ਜਿਹੜਾ ਨਾ ਤੁਸੀਂ ਪੇਸ਼ ਕਦਮ ਰਹਿੰਦੇ ਹੋ। ਤੇ ਪਿਛਲੇ ਸਾਲ ਜਿਹੜਾ ਸੀ ਨਾ ਇਹੀ ਕਹਿ ਲੋਗੇ ਇਹਨਾਂ ਦੇ ਏਸੀ ਡੀਸੀ ਇਹਨਾਂ ਦੇ ਦੂਸਰੇ ਅਮਲੇ, ਬਲਕਿ ਕਹਿੰਦੇ ਹਨ ਕਿ ਇੰਟੈਲੀਜੈਂਸ ਵੀ ਜਿਹੜੀ ਹੈ ਨਾ ਇਹਨਾਂ ਤਾਇਨਾਤ ਕੀਤੀ ਹੈ ਤੇ ਲੋਕਾਂ ਦੀਆਂ ਚਾਰ ਦੀਵਾਰੀਆਂ ਟੱਪ ਕੇ ਉਹਨਾਂ ਦੀ ਖਾਣ ਵਾਸਤੇ ਜਿਹੜੀ ਗੰਦਮ ਸਟਾਕ ਕੀਤੀ ਸੀ ਉਹ ਵੀ ਕੱਢ ਕੇ ਜਿਹੜਾ ਨਾ ਖਰੀਦਦਾਰੀ ਕਰਦੇ ਹਨ। ਤੇ ਅੱਲਾ ਦੇ ਬੰਦੇ ਜਿਹਦੀ 4-5 ਏਕੜ ਜ਼ਮੀਨ ਹੈ ਉਹਨੇ ਵਿਚਾਰੇ ਨੇ ਮੋਟਰ ਲਾਈ ਹੈ ਕਿ ਮੇਰਾ ਕੋਈ ਜੀ ਆਪਣਾ ਡੀਜ਼ਲ ਦਾ ਖਰਚਾ ਬਚ ਜੇ, ਤੇ ਤੁਸੀਂ ਉਹਨਾਂ ਦੀਆਂ ਬੰਦ ਮੋਟਰਾਂ ਦਾ 80-90 ਹਜ਼ਾਰ ਬਿੱਲ ਘੱਲ ਦਿੰਦੇ ਹੋ। ਉਹ ਕਿੱਥੇ ਜਾਣ ਕਿਸਾਨ, ਮੈਨੂੰ ਦੱਸੋ। ਉਹ ਫੀ ਏਕੜ ਪਤਾ ਕਿੰਨਾ ਖਰਚਾ ਹੁੰਦਾ ਗੰਦਮ ਤੇ? ਅੱਲਾ ਦੇ ਬੰਦੇ 75 ਤੋਂ 80 ਹਜ਼ਾਰ ਰੁਪਇਆ ਫੀ ਏਕੜ ਖਰਚਾ ਆ ਰਿਹਾ ਹੈ। ਇੰਨੇ ਅਖਰਾਜਾਤ ਨੇ ਕਿਸਾਨ ਦੇ, ਇੰਨਾ ਖਰਚ ਉਹਦਾ ਹੈ ਆਪਣੀ ਫਸਲ ਦੇ ਉੱਤੇ। ਤੇ ਅਗਰ ਉਹਦੀ ਮੇਰਾ ਖਿਆਲ ਹੈ ਕਿ ਕੋਈ ਲੱਖ ਰੁਪਏ ਦੀ ਵੀ ਕਣਕ ਨਹੀਂ ਨਿਕਲਦੀ ਪਈ ਤੇ ਉਹਦਾ ਕੀ ਫਾਇਦਾ ਹੋਇਆ? ਉਹਨੂੰ ਮਿਹਨਤ ਮਜ਼ਦੂਰੀ ਉਹਦੀ ਕਿੱਥੇ ਗਈ? ਬਜਾਏ ਉਹਦੇ ਕਿ ਉਹ ਇਨਵੈਸਟਮੈਂਟ ਕਰੇ 6 ਮਹੀਨੇ ਦੇ ਉੱਤੇ, ਇਨਵੈਸਟਮੈਂਟ ਦਾ ਕੋਈ ਬੈਕਅਪ ਹੀ ਨਹੀਂ ਹੈ, ਕੋਈ ਉਹਨੂੰ ਰਿਟਰਨ ਹੀ ਨਹੀਂ ਮਿਲਦਾ ਪਿਆ। ਕਿੱਥੋਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰੇ? ਉਹਦੀ ਤੇ ਖੇਚਲ ਨਹੀਂ ਪੂਰੀ ਹੋ। ਠੇਕੇ ਤੇ ਜ਼ਮੀਨ ਲਈਏ, ਪਤਾ ਜੀ ਉਹਨਾਂ ਦਾ ਕਿੰਨਾ ਖਰਚਾ ਹੈ। ਜਿਹਨੇ ਠੇਕੇ ਤੇ ਜ਼ਮੀਨ ਲਈ ਹੈ ਉਹਦਾ ਕਮ ਅਜ਼ ਕਮ ਜਿਹੜਾ ਨਾ 1,75,000 ਰੁਪਇਆ ਖਰਚਾ ਹੈ। ਤੇ ਮੇਰਾ ਖਿਆਲ ਹੈ ਉਸ ਬੰਦੇ ਨੂੰ ਤੇ ਪੱਲਿਓਂ ਪੈਸੇ ਪੈ ਰਹੇ ਨੇ। ਉਹਨਾਂ ਲੋਕਾਂ ਨੂੰ ਤੁਸੀਂ ਮਕਰੂਜ਼ ਕਰ ਦਿੱਤਾ ਹੈ। ਉਹ ਜਿਹੜੇ ਨੇ ਕਰਜ਼ਦਾਰ ਹੋ ਗਏ ਨੇ, ਉਹ ਲੋਕੀ ਨਫਸੀਆਤੀ ਮਰੀਜ਼ ਬਣ ਗਏ ਨੇ, ਉਹ ਤੇ ਵਿਚਾਰੇ ਖੁਦਕੁਸ਼ੀਆਂ ਤੇ ਮਜਬੂਰ ਹੋ ਗਏ ਨੇ। ਤੇ ਮੇਰਾ ਖਿਆਲ ਹੈ ਕਿ ਇਹ ਹਕੂਮਤ ਹੀ ਜਿਹੜੀ ਹੈ ਨਾ ਉਹਨਾਂ ਦੀ ਖੁਦਕੁਸ਼ੀ ਦੀ ਜ਼ਿੰਮੇਦਾਰ ਹੈ। ਤੁਸੀਂ ਮੇਰਾ ਹਕੂਮਤ ਨੇ ਕੀ ਕੀਤਾ ਉਹਨਾਂ ਵਾਸਤੇ ਦੱਸੋ? ਹਜ਼ਰਤ ਉਮਰ ਦਾ ਦੌਰ ਸੀ ਕਿ ਕੋਈ ਭੁੱਖਾ ਨਹੀਂ ਸੀ ਸੌਂਦਾ, ਤੇ ਤੁਹਾਡਾ ਦੌਰ ਹੈ ਤੇ ਲੋਕੀ ਜਿਹੜੇ ਨੇ ਖੁਦਕੁਸ਼ੀਆਂ ਤੇ ਮਜਬੂਰ ਹੋ ਗਏ ਨੇ। ਤੇ ਤੁਸੀਂ ਜ਼ਿੰਮੇਦਾਰ ਹੋ ਇਸ ਚੀਜ਼ ਦੇ। ਤੁਸੀਂ ਤੇ ਲਾਹੌਰ ਬਹਿ ਕੇ ਆਪਣਾ ਏਸੀਆਂ 'ਚ ਬਹਿ ਜਾਂਦੇ ਹੋ ਤੇ ਤੁਸੀਂ ਆਪਣਾ ਲੈਂਡ ਕਰੂਜ਼ਰਾਂ ਤੇ ਵੱਡੀਆਂ ਗੱਡੀਆਂ ਦੇ ਵਿੱਚ, ਤੁਹਾਡੀਆਂ ਤੇ ਗੱਡੀਆਂ ਦੇ ਟਾਇਰ ਵੀ ਜਿਹੜੇ ਨੇ ਕਰੋੜਾਂ ਦੇ ਹੁੰਦੇ ਨੇ, ਉਹ ਤੁਹਾਡੇ ਵਾਸਤੇ ਹੈਲੀਕਾਪਟਰ ਆ ਜਾਂਦੇ ਨੇ 4-4 ਅਰਬ ਦੇ। ਲੇਕਿਨ ਇਹ ਲੋਕ ਜਿਹੜੇ ਨੇ ਨਾ ਇਹ ਕਹਿੰਦੇ ਨੇ ਕਿ ਸਾਡਾ ਜਿਹੜਾ ਮੁਆਵਜ਼ਾ ਜਿਹੜਾ ਸਾਨੂੰ ਮਿਲ ਜੇ, ਬਸ ਜਿਹੜੀ ਅਸੀਂ ਫਸਲ ਕਾਸ਼ ਕੀਤੀ ਸਿਰਫ ਉਹਦਾ ਸਾਨੂੰ ਜਾਇਜ਼ ਮੁਆਵਜ਼ਾ ਮਿਲ ਜੇ। ਲੇਕਿਨ ਉਹ ਵੀ ਨਹੀਂ ਮਿਲ ਰਿਹਾ। ਤੁਸੀਂ ਉਹਦੇ ਤੋਂ ਵੀ ਉਹਨਾਂ ਨੂੰ ਜ਼ਲੀਲ ਕਰ ਦਿੱਤਾ। ਲੋਕੀ ਆਪਣੀਆਂ ਕਣਕਾਂ ਦੀ ਫਸਲਾਂ ਜਿਹੜੀਆਂ ਨੇ ਰੋਡਾਂ ਤੇ ਰੱਖ ਕੇ ਫਿਰਦੇ ਨੇ। ਤੇ ਆਪਣਾ ਨਿਕਲੋ ਜ਼ਰਾ ਲੋਰੋਂ ਬਾਹਰ, ਥੋੜਾ ਇਰਦ ਗਿਰਦ ਵੇਖੋ ਆਪਣੇ ਗਿਰਦੋ ਨਵਾਹ ਦੇ ਵਿੱਚ, ਤੁਹਾਨੂੰ ਪਤਾ ਲੱਗੇ ਕਿ ਕਿੰਜ ਕਣਕਾਂ ਦੀਆਂ ਢੇਰੀਆਂ ਲੱਗੀਆਂ ਨੇ। ਔਰ ਇਹ ਉਹ ਫਸਲ ਜਿਹਨੂੰ ਜਿਹੜੇ ਸਾਡੇ ਪੰਜਾਬ ਦਾ ਵਿਰਸਾ ਲੋਕ ਉਹਦੇ ਵਿੱਚ ਕਹਿੰਦੇ ਹਨ ਜੀ ਇਹ ਸਾਡੀ ਸੋਨੇ ਵਰਗੀ ਫਸਲ ਹੈ। ਇਹ ਸੋਨੇ ਵਰਗੀ ਫਸਲ ਨੂੰ ਤੁਸੀਂ ਰੋਲ ਕੇ ਰੱਖ ਛੱਡਿਆ। ਤੁਸੀਂ ਸੁਆਹ ਜਿੰਨਾ ਮੁੱਲ ਨਹੀਂ ਪਾਇਆ ਹੈ ਇਸ ਕਣਕ ਦਾ, ਸੋਨੇ ਵਰਗੀ ਕਣਕ ਦਾ।